ਸਤਿ ਸ਼੍ਰੀ ਅਕਾਲ ਦਰਸ਼ਕੋ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਿੱਛੇ ਜੇ ਇੱਕ ਇਨੀਸ਼ੀਏਟਿਵ ਚਲਾਇਆ ਵਾ ਵੋਕਲ ਫॉर ਲੋਕਲ, ਜਿਸ ਤੋਂ ਮਤਲਬ ਹੈ ਕਿ ਦੇਸ਼ ਦੇ ਵਿੱਚ ਬਣਿਆ ਸਮਾਨ ਹੀ ਵਰਤਿਆ ਜਾਵੇ। ਜਿਹੜਾ ਲੋਕਲ ਸਮਾਨ ਆ, ਜਿਹੜਾ ਲੋਕਲ ਇੰਡਸਟਰੀ 'ਚ ਤਿਆਰ ਕੀਤਾ ਗਿਆ ਵਾ, ਉਸ ਚੀਜ਼ ਨੂੰ ਵਰਤਿਆ ਜਾਵੇ ਤੇ ਕੱਲਾ ਵਰਤਿਆ ਨਾ ਜਾਵੇ। ਜਿਹੜਾ ਵੀ ਨਾਗਰਿਕ ਹੈ ਦੇਸ਼ ਦਾ, ਉਹ ਹਰ ਇੱਕ ਆਪਣੇ ਆਪਣੇ ਲੈਵਲ ਤੇ ਉਸ ਚੀਜ਼ ਨੂੰ ਪ੍ਰਮੋਟ ਵੀ ਕਰੇ। ਸੋ ਮੋਦੀ ਨੂੰ ਸਭ ਤੋਂ ਪਹਿਲਾਂ ਸਲਾਮ ਹੈ ਇਸ ਚੀਜ਼ ਵਾਸਤੇ, ਕਿਉਂਕਿ ਇਹ ਬੜੀ ਵੱਡਾ ਇੱਕ ਉਹਨਾਂ ਨੇ ਸਟੈਪ ਚੁੱਕਿਆ ਵਾ ਤੇ ਇਹਦੇ ਲਈ ਬੜੀ ਹਿੰਮਤ ਤੇ ਬੜੀ ਦਲੇਰੀ ਚਾਹੀਦੀ ਆ। ਕਾਂਗਰਸ ਪਾਰਟੀ ਦਾ ਕੋਈ ਵੀ ਲੀਡਰ ਜਾਂ ਕਾਂਗਰਸ ਪਾਰਟੀ ਇੱਕ ਪਾਰਟੀ ਦੇ ਰੂਪ ਚ ਵੀ ਕਦੀ ਇਹ ਕੰਮ ਨਹੀਂ ਕਰ ਸਕੀ ਤੇ ਨਾ ਉਹਨਾਂ ਜਿੰਨਾ ਦਮ ਹੈ ਕਿ ਇਹ ਕੰਮ ਕਰ ਦਿੰਦੇ। ਇਹ ਇਸ ਲਈ ਵੀ ਇਹਦੇ ਨਾਲ ਇੱਕ ਪ੍ਰੈਸ਼ਰ ਹੁੰਦਾ ਵਾ, ਇੰਟਰਨੈਸ਼ਨਲ ਪ੍ਰੈਸ਼ਰ ਹੁੰਦਾ ਕੰਪਨੀਆਂ ਦਾ, ਕਿਉਂਕਿ ਉਹ ਅਰਬਾਂ ਕਰੋੜਾਂ ਰੁਪਈਆ ਦੀ ਮਾਲਕ ਆ। ਤੇ ਇਹਦੇ ਨਾਲ ਇੱਕ ਡਰ ਹੁੰਦਾ ਵਾ ਕਿ ਜਿਹੜੇ ਡਿਪਲੋਮੈਟਿਕ ਰਿਲੇਸ਼ਨ ਹੈ ਦੂਜੇ ਕੰਟਰੀਜ਼ ਨਾਲ, ਜਿਹਦੇ ਵਿੱਚ ਉਹ ਕੰਪਨੀਆਂ ਬੇਸ ਆ, ਉਹਨਾਂ ਦਾ ਰਿਲੇਸ਼ਨ ਖਰਾਬ ਹੁੰਦਾ ਡਰ ਆ। ਤੇ ਪਰ ਮੋਦੀ ਨੇ ਕਰੋਨਾ ਵਾਇਰਸ ਦੀ ਆੜ ਦੇ ਵਿੱਚ ਐਲਾਨ ਕੀਤਾ ਵਾ ਤੇ ਬੜੀ ਵੱਡੀ ਗੱਲ ਆ। ਤੇ ਹੁਣ ਸਾਡਾ ਫਰਜ਼ ਬਣਦਾ ਦੇਸ਼ ਵਾਸੀਆਂ ਦਾ ਕਿ ਇਸ ਚੀਜ਼ ਨੂੰ ਜਿੰਨਾ ਹੋ ਸਕੇ ਅਸੀਂ ਆਪਣੇ ਵੱਧ ਚੜ ਕੇ ਇਸ ਮੁਹਿੰਮ ਵਿੱਚ ਹਿੱਸਾ ਲਈਏ ਤੇ ਜਿੰਨਾ ਵੀ ਹੋ ਸਕੇ ਆਪਣਾ ਸਵਦੇਸ਼ੀ ਮਾਲ ਵਰਤੀਏ। ਸੋ ਸਾਰੇ ਦੇਸ਼ ਦੇ ਵਿੱਚ ਹੀ ਬੜਾ ਲੋਕ ਵੱਧ ਚੜ ਕੇ ਇਸ ਮੁਹਿੰਮ 'ਚ ਹਿੱਸਾ ਪਾਉਂਦੇ ਆ, ਜਿੰਨਾ ਕਿਸੇ ਤੋਂ ਹੋ ਸਕਦਾ ਆਪਣਾ ਯੋਗਦਾਨ ਪਾਉਂਦੇ ਆ ਵਾ। ਤੇ ਇੱਕ ਬੰਦੇ ਦੀ ਮੈਂ ਆਰਟੀਕਲ ਪੜ੍ਹਨ ਆਇਆ ਸੀ, ਉਹਦੇ ਵਿੱਚ ਉਹਨੇ ਲਿਖਿਆ ਕਿ ਉਹ ਹਾਂਗਕਾਂਗ ਦੇ ਵਿੱਚ ਰਹਿੰਦਾ ਵਾ, ਇੰਡੀਅਨ ਆ, ਤੇ ਉੱਥੇ ਹਰ ਰੋਜ਼ ਦੁਕਾਨ ਤੇ ਜਾ ਕੇ ਉਹ ਮੰਗ ਕਰਦਾ ਵਾ ਕਿ ਮੈਨੂੰ ਇੰਡੀਅਨ ਅੰਬ ਮੈਂਗੋ ਚਾਹੀਦੇ ਆ, ਕਿ ਇੰਡੀਆ ਦੇ ਵਿੱਚ ਉੱਗੇ ਹੋਏ ਅੰਬ ਮੈਨੂੰ ਇੱਥੇ ਅਵੇਲੇਬਲ ਕਰਾ ਕੇ ਦਿਓ। ਹਰ ਰੋਜ਼ ਜਦੋਂ ਜਾ ਕੇ ਮੰਗ ਕਰਦਾ ਵਾ, ਅਖੀਰ ਦੇ ਵਿੱਚ ਉਹ ਗਰੋਸਰੀ ਸਟੋਰ ਨੂੰ ਉਹਦੀ ਮੰਗ ਕਿਸੇ ਨਾ ਕਿਸੇ ਤਰੀਕੇ ਨਾਲ ਆਪਣੇ ਕਸਟਮਰ ਨੂੰ ਖੁਸ਼ ਰੱਖਣ ਵਾਸਤੇ ਉਹ ਆਪਣਾ ਉੱਥੋਂ ਇੰਪੋਰਟ ਚੀਜ਼ ਕਰਨਗੇ ਜ਼ਰੂਰ। ਤੇ ਹਰ ਇੱਕ ਬੰਦਾ ਆਪਣਾ ਯੋਗਦਾਨ ਪਾਉਂਦਾ ਜਿੱਥੇ ਕਿਤੇ ਵੀ ਰਹਿੰਦਾ ਵਾ, ਜਿਸ ਤਰ੍ਹਾਂ ਕਿਤੇ ਹੋ ਸਕੇ। ਪਰ ਪੰਜਾਬ ਦੇ ਵਿੱਚ ਕਿਤੇ ਵੀ ਇਸ ਚੀਜ਼ ਬਾਰੇ ਕੋਈ ਪ੍ਰਚਾਰ ਨਹੀਂ ਹੈਗਾ, ਮੀਡੀਆ ਇਸ ਚੀਜ਼ ਨੂੰ ਚੁੱਕਣ ਨਹੀਂ ਦਿਆ। ਤੇ ਸਾਡੀ ਲੀਡਰਸ਼ਿਪ, ਸਾਡਾ ਜਿਹੜਾ ਪੰਜਾਬ ਦਾ ਭੂੰਡ ਆਸ਼ਕ ਕੈਪਟਨ ਅਮਰਿੰਦਰ ਸਿੰਘ, ਉਹਨੇ ਤੇ ਇਸ ਬਾਰੇ ਬਿਆਨ ਹੀ ਕੋਈ ਨਹੀਂ ਦਿੱਤਾ। ਉਹਨੂੰ ਤੇ ਉਹਨਾਂ ਦੀ ਇੱਕੋ ਰੱਟ ਲਈ ਆ ਕਿ ਸਾਡੀ ਇੰਡਸਟਰੀ ਭੱਜ ਗਈ, ਸਾਡੀ ਇੰਡਸਟਰੀ ਹੀ ਵਾਪਸ ਲੈ ਕੇ ਆਉਣੀ ਆ, ਪੰਜਾਬ 'ਚ ਇਨਵੈਸਟਮੈਂਟ ਕਰਾਉਣੀ ਆ। ਉਹ ਇੰਡਸਟਰੀ ਭੱਜ ਗਈ ਤੇ ਵਧੀਆ ਗੱਲ ਆ, ਉਹਨਾਂ ਨੂੰ ਸਗੋਂ ਜਾਣ ਦਿਓ ਤੇ ਜਿਹੜੀ ਲੋਕਲ ਇੰਡਸਟਰੀ ਆ ਉਹਨੂੰ ਚੁੱਕੋ, ਉਹਨੂੰ ਪ੍ਰਮੋਟ ਕਰੋ, ਉਹਨੂੰ ਇਹਨਾਂ ਐਸਟੈਬਲਿਸ਼ ਕਰ ਦਿਓ ਕਿ ਉਹ ਇੰਨੀ ਜ਼ਿਆਦਾ ਪ੍ਰੋਫਿਟੇਬਲ ਹੋਵੇ ਕਿ ਉਹਨਾਂ ਦੀ ਬ੍ਰਾਂਚਿਸ ਹੋਰ ਵੀ ਬਾਹਰ ਖੁੱਲਣ, ਜਿਹੜੀਆਂ ਦੂਜੀ ਸਟੇਟਾਂ ਵਿੱਚ ਤੇ ਸਟੇਟਾਂ ਤੋਂ ਬਾਹਰ ਦੂਜੇ ਦੇਸ਼ਾਂ ਵਿੱਚ ਵੀ ਸਾਡੇ ਪੰਜਾਬ ਦੀ ਜਿਹੜੀ ਕੰਪਨੀਜ਼ ਹੈ, ਕੋਈ ਲੋਕਲ ਇੰਡਸਟਰੀ ਆ, ਉਹਨਾਂ ਦੇ ਬ੍ਰਾਂਚਿਸ ਖੁੱਲਣ। ਹੁਣ ਇੱਥੇ ਸਵਾਲ ਖੜਾ ਹੁੰਦਾ ਵਾ ਕਿ ਸਵਦੇਸ਼ੀ ਇਹਨਾਂ ਜ਼ਰੂਰੀ ਕਿਉਂ ਆ? ਆਪਾਂ ਸਮਾਨ ਹੀ ਵਰਤਣਾ ਵਾ, ਚਾਹੇ ਕਿਤੇ ਹੋਰ ਬਣਿਆ ਹੋਵੇ, ਚਾਹੇ ਸਾਡੇ ਦੇਸ਼ 'ਚ ਬਣਿਆ ਹੋਵੇ। ਲੋਕਾਂ ਨੂੰ ਸਸਤੇ ਸਮਾਨ ਨਾਲ ਮਤਲਬ ਹੈ, ਸਸਤਾ ਸਮਾਨ ਮਿਲੇ ਤੇ ਸਾਡਾ ਮਕਸਦ ਪੂਰਾ ਹੁੰਦਾ। ਪਰ ਨਹੀਂ, ਜਿਹੜਾ ਸਮਾਨ ਅਸੀਂ ਬਾਹਰੋਂ ਖਰੀਦਿਆ ਗਿਆ ਉਹਦਾ ਪ੍ਰੋਫਿਟ ਦੇਸ਼ ਤੋਂ ਬਾਹਰ ਜਾਂਦਿਆ ਵਾ। ਕਈ ਵਾਰ ਅਸੀਂ ਖੁਸ਼ ਹੁੰਦੇ ਹਾਂ ਜਦੋਂ ਕੋਈ ਕੰਪਨੀ ਬਾਹਰੋਂ ਆ ਕੇ, ਕੋਈ ਵਿਦੇਸ਼ੀ ਕੰਪਨੀ ਸਾਡੇ ਦੇਸ਼ 'ਚ ਇਨਵੈਸਟਮੈਂਟ ਕਰਦੀ ਆ। ਸਾਨੂੰ ਇਹ ਹੁੰਦਾ ਕਿ ਸਾਡੇ ਦੇਸ਼ 'ਚ ਪੈਸਾ ਆ ਰਿਹਾ, ਉਹਨਾਂ ਦਾ ਉਹ ਇਨਫਰਾਸਟ੍ਰਕਚਰ ਇੱਥੇ ਖੜਾ ਕਰਨਗੇ, ਲੋਕਾਂ ਨੂੰ ਨੌਕਰੀਆਂ ਦੇਣਗੇ। ਪਰ ਇੱਥੇ ਤੱਕ ਸਾਡੀ ਸੋਚ ਸੀਮਿਤ ਰਹਿ ਜਾਂਦੀ ਆ। ਪਰ ਜਿਹੜਾ ਦੇਸ਼ ਦਾ, ਉਹ ਦੇਸ਼ ਦੇ ਵਿੱਚੋਂ ਸਾਡੇ ਰਿਸੋਰਸਿਸ ਵਰਤਦੇ ਆ, ਸਾਡੀ ਚੀਪ ਲੇਬਰ, ਸਾਡੇ ਦੇਸ਼ ਦੇ ਵਿੱਚ ਲੇਬਰ ਬਹੁਤ ਸਸਤੀ ਮਿਲ ਜਾਂਦੀ ਹੈ। ਉਹ ਚੀਪ ਲੇਬਰ ਨੂੰ ਵਰਤ ਕੇ ਸਸਤੇ ਸਮਾਨ ਤਿਆਰ ਕਰਕੇ ਬਾਹਰ ਵੇਚਦੇ ਆ ਤੇ ਉੱਥੇ ਮਹਿੰਗੇ 'ਚ ਵਿਕਦਾ ਵਾ। ਉਹ ਜਿਹੜਾ ਪ੍ਰੋਫਿਟ ਆ, ਉਹ ਜਿਹੜਾ ਪ੍ਰੋਫਿਟ ਦਾ ਮਾਰਜਿਨ ਬਹੁਤ ਜ਼ਿਆਦਾ ਵੱਡਾ ਵਾ ਤੇ ਉਹ ਸਾਰਾ ਪ੍ਰੋਫਿਟ ਕੰਪਨੀ ਨੂੰ ਜਾਂਦੇ ਆ ਤੇ ਉਹ ਕੰਪਨੀ ਕਿਤੇ ਹੋਰ ਦੇਸ਼ 'ਚ ਬੇਸ ਆ। ਯਾਨੀ ਕਿ ਉਹ ਸਾਡੇ ਦੇਸ਼ 'ਚ ਪੈਸਾ ਲਾਉਣ ਨਹੀਂ ਦੇ, ਇੱਕ ਵਾਰ ਇਨਵੈਸਟ ਕਰ ਦਿੰਦੇ ਆ, ਪਰ ਬਾਅਦ 'ਚ ਜਿਹੜਾ ਲਗਾਤਾਰ ਸਾਲਾਂ ਬੱਧੀ ਉਹ ਪੈਸਾ ਪ੍ਰੋਫਿਟ ਦੇ ਰੂਪ 'ਚ ਸਾਡੇ ਦੇਸ਼ 'ਚੋਂ ਬਾਹਰ ਜਾਂਦਾ ਵਾ। ਇਸੇ ਨਾਲ ਸਾਡੀ ਇਕਨੋਮੀ ਡਾਊਨ ਹੁੰਦੀ ਹੈ, ਇਸੇ ਨਾਲ ਸਾਡੀ GDP ਘਟਦੀ ਆ ਤੇ ਇਸੇ ਨਾਲ ਸਾਡੇ ਰੁਪਈਏ ਦਾ ਰੇਟ ਘਟਦਾ ਵਾ। ਤੁਹਾਨੂੰ ਇੱਥੇ ਦੱਸ ਦਈਏ ਕਿ 1947 ਜਦੋਂ ਦੇਸ਼ ਗੋਰੇ ਇੱਥੋਂ ਗਏ ਆ, ਉਦੋਂ $1 ਦਾ 1 ਰੁਪਈਆ ਆਉਂਦਾ ਸੀ। ਯਾਨੀ ਕਿ ਡਾਲਰ ਤੇ ਰੁਪਈਏ ਦਾ ਰੇਟ, ਕਰੰਸੀ ਰੇਟ ਸੇਮ ਸੀ। ਥੋੜੇ ਚਿਰ ਬਾਅਦ ਜਦੋਂ ਸਾਲਾਂ ਟਾਈਮ ਬੀਤਦਾ ਗਿਆ, ਆਪਣੇ ਰੁਪਈਏ ਦਾ ਰੇਟ ਡਾਊਨ ਹੀ ਗਿਆ ਵਾ। ਹੁਣ ਅੱਜ ਦੇ ਰੇਟ 'ਚ 70 ਰੁਪਈਏ ਸਾਨੂੰ ਦੇਣੇ ਪੈਂਦੇ $1 ਦੇਣ ਵਾਸਤੇ। ਉਹ ਇਸ ਕਰਕੇ ਆ, ਚਲੋ 65 ਦੀ ਜੰਗ ਹੋਈ, ਬਾਅਦ 71 ਦੀ ਜੰਗ ਹੋਈ, ਕੋਈ ਇਹਨਾਂ ਨੇ ਮਿਸ਼ਨ ਚਲਾਏ, ਜਿਹੜੇ ਸਪੇਸ ਦੇ ਵਿੱਚ ਆਪਣੇ ਸੈਟੇਲਾਈਟ ਭੇਜੇ ਆ, ਇਹਨਾਂ ਨੇ ਕਰਜ਼ਾ ਚੁੱਕੀ ਗਏ ਆ, ਫੋਰਨ ਜਿਹੜੇ ਰਿਜ਼ਰਵਸ ਸਾਡੇ ਘਟੇ ਆ, ਕਰਜ਼ਾ ਵਧਿਆ ਵਾ ਤੇ ਸਾਡੇ ਕਰੰਸੀ ਦਾ ਰੇਟ ਡਾਊਨ ਗਿਆ ਵਾ। ਉਹਦੇ ਨਾਲ ਮਹਿੰਗਾਈ ਵੱਧਦੀ ਆ। ਜਿੰਨੀਆਂ ਸਮੱਸਿਆਵਾਂ ਸਾਰੀਆਂ ਇੰਟਰ ਰਿਲੇਟਡ ਹੁੰਦੀਆਂ ਵਾ, ਸਾਰੀਆਂ ਆਪਸ ਵਿੱਚ ਕੋਈ ਨਾ ਕੋਈ ਰਿਲੇਸ਼ਨ ਹੁੰਦਾ ਇਹਨਾਂ ਦਾ। ਸਵਦੇਸ਼ੀ ਇੱਕ ਬੜਾ ਤਗੜਾ ਹਥਿਆਰ ਹੈ, ਬੜਾ ਵੱਡਾ ਟੂਲ ਹੈ ਸਾਡੇ ਕੋਲ। ਜੇਕਰ ਸਾਡੀ ਲੋਕਲ ਇੰਡਸਟਰੀ, ਉਹਨਾਂ ਕੋਲ ਇੰਨੀ ਪਾਵਰ ਹੋਊਗੀ, ਉਹ ਇੰਨੇ ਐਸਟੈਬਲਿਸ਼ ਹੋਣਗੇ ਤੇ ਸਾਡੀ ਦੇਸ਼ ਦੀ ਇਕਨੋਮੀ ਗਰੋਥ ਹੋਊਗੀ, ਸਾਡੇ ਦੇਸ਼ ਦੇ ਵਿੱਚ ਅਨਇੰਪਲੋਇਮੈਂਟ ਘਟੂਗੀ, ਸਾਡੇ ਦੇਸ਼ ਦਾ ਪਾਵਰਟੀ ਰੇਟ ਘਟੂਗਾ ਤੇ ਇਹ ਓਵਰਆਲ ਜਿਹੜਾ ਫਾਇਦਾ ਉਹ ਦੇਸ਼ ਵਾਸੀਆਂ ਨੂੰ ਆ। ਹੁਣ ਇਸੇ ਤਰ੍ਹਾਂ ਨਾਲ ਜਿਹੜਾ ਨਾਰਥ ਕੋਰੀਆ ਵਾ, ਉਹਦਾ ਸਾਰੀ ਦੁਨੀਆ ਨੇ ਕੀ ਰੌਲਾ ਵਾ? ਉਹ ਕੋਈ ਆਪਣਾ ਸਰਹੱਦ ਲੜਾਈ ਤੇ ਨਹੀਂ ਉਹਦੀ ਕੋਈ ਬਾਰਡਰ ਦੀ ਲੜਾਈ ਆ ਕਿ ਉਹ ਕੋਈ ਆਪਣੀ ਮਿਲਟਰੀ ਕਿਤੇ ਹੋਰ ਭੇਜਣ ਦਿਆ ਜਾਂ ਉੱਤੇ ਕੋਈ ਚੜਾਈ ਕਰਕੇ ਆਉਂਦਿਆ ਵਾ। ਉਹਦਾ ਸਿਰਫ ਰੌਲਾ ਇੰਨਾ ਕਿਹਾ ਕਿ ਉਹ ਦੇਸ਼ ਸੈਲਫ ਸਫੀਸ਼ੀਐਂਟ ਹੋਣਾ ਚਾਹੁੰਦਾ ਵਾ। ਉਹ ਚਾਹੁੰਦਾ ਵਾ ਕਿ ਉਹ ਐਕਸਪੋਰਟ ਜ਼ਿਆਦਾ ਕਰੇ ਤੇ ਇੰਪੋਰਟ ਘੱਟ ਕਰੇ। ਆਪਣੇ ਦੇਸ਼ ਦੇ ਵਿੱਚ ਜੋ ਚੀਜ਼ਾਂ ਉਤਪਾਦਨ ਕੀਤੀਆਂ ਉਹ ਉਸੇ ਦਾ ਵਰਤੋਂ ਕਰੇ। ਇਸੇ ਚੀਜ਼ ਕਰਕੇ ਜਿਹੜੀ ਜਿੰਨੀਆਂ ਵੈਸਟਰਨ ਕੰਟਰੀਜ਼ ਆ, ਅਮਰੀਕਾ ਵਾ, ਯੂਰਪ ਦੇ ਦੇਸ਼ ਆ, ਉਹ ਸਾਰੇ ਉਹਦੇ ਟੁੱਟ ਪਏ ਆ ਵੀ ਇਹ ਜਿਹੜਾ ਬੜਾ ਤਾਨਾਸ਼ਾਹ ਵਾ, ਬੜਾ ਪ੍ਰੋਪੋਗੰਡਾ ਕਰਦੇ ਉਹਦੇ ਵਿਰੁੱਧ। ਉਹ ਬਈ ਉਹਨੇ ਕੀਤਾ ਕੀ ਆ? ਉਹ ਸਿਰਫ ਆਪਣੇ ਦੇਸ਼ ਨੂੰ ਤਰੱਕੀ ਕਰਨ ਦਿਆ, ਆਪਣੇ ਦੇਸ਼ ਦੀ।
ਆਪਣੇ ਦੇਸ਼ ਨੂੰ ਮਿਲਟਰੀ ਪਾਵਰ ਉਹਦੀ ਸਟਰੋਂਗ ਕਰਨ ਦਿਆ ਵਾ। ਉਹਨੇ ਆਪਣੇ ਦੇਸ਼ ਦੇ ਵਿੱਚ ਨਿਊਕਲੀਅਰ ਪਾਵਰ ਡਿਵੈਲਪ ਕੀਤੀ ਆ। ਕੀ ਗਲਤ ਕੀਤਾ? ਦੁਨੀਆ ਦੇ ਵੱਡੇ ਵੱਡੇ ਦੇਸ਼ ਸਾਰਿਆਂ ਦੇ ਨਿਊਕਲੀਅਰ ਪਾਵਰ ਹੈਗੀ ਆ, ਨਿਊਕਲੀਅਰ ਵੈਪਨਸ ਹੈਗੇ ਆ। ਤੇ ਇਸੇ ਤਰੀਕੇ ਨਾਲ ਸਾਡੇ ਦੇਸ਼ ਇੱਕ ਵਿਕਟਿਮ ਹੈ ਇਸ ਚੀਜ਼ ਦਾ। ਇਹ ਵੈਸਟਰਨ ਕੰਟਰੀਜ਼ ਆਪਾਂ ਕਹਿੰਦੇ ਕੈਨੇਡਾ ਅਮਰੀਕਾ ਬੜੀ ਤਰੱਕੀ ਕਰ ਗਏ, ਯੂਰਪ ਦੇ ਇੰਗਲੈਂਡ ਫਰਾਂਸ ਬੜੀ ਤਰੱਕੀ 'ਚ ਆ। ਉਹ ਤਰੱਕੀ 'ਚ ਇਸ ਕਰਕੇ ਕਿ ਉਹਨਾਂ ਨੇ ਇਕਨੋਮਿਕ ਤੌਰ ਤੇ ਸਾਡੇ ਵਰਗੇ ਦੇਸ਼ਾਂ ਨੂੰ ਗੁਲਾਮ ਕੀਤਾ ਵਾ, ਸਾਡੀ ਇੰਡਸਟਰੀ ਨੂੰ ਖਤਮ ਕੀਤਾ ਵਾ। ਇੱਥੋਂ ਦੀ ਜਿਹੜੀ ਇਹਨਾਂ ਨੇ ਇੱਕ ਮਾਰਕੀਟ ਦੇ ਵਜੋਂ ਸਾਡੇ ਦੇਸ਼ ਨੂੰ ਬਣਾਇਆ ਹੋਇਆ ਤੇ ਇੱਥੇ ਆਪਣੇ ਪ੍ਰੋਡਕਟਸ ਵੇਚਣ ਦੇ ਬਣਾ ਕੇ। ਤੇ ਇਸੇ ਕਰਕੇ ਮੈਂ ਕਹਿੰਦਾ ਵਾ ਕਿ ਮੋਦੀ ਨੇ ਬੜਾ ਵੱਡਾ ਸਟੈਪ ਚੁੱਕਿਆ ਵਾ, ਜਿਹੜਾ ਇਹ ਚੀਜ਼ ਦਾ ਐਲਾਨ ਕੀਤਾ ਵਾ। ਕਿਉਂਕਿ ਇਹ ਸਮੁੱਚੇ ਤੌਰ ਤੇ ਜੇਕਰ ਲੋਕ ਇਕੱਠੇ ਹੋ ਕੇ ਇਸ ਚੀਜ਼ ਨੂੰ ਵਰਤਣਗੇ, ਇਸ ਮੁਹਿੰਮ ਨੂੰ ਇੱਕ ਲਹਿਰ ਬਣਾ ਕੇ ਚੱਲਣਗੇ, ਤੇ ਫਿਰ ਇਹਦਾ ਕੋਈ ਆਪਾਂ ਚੇਂਜ ਵੇਖ ਸਕਦੇ ਹਾਂ। ਕਿਉਂਕਿ ਜੇਕਰ ਇੱਕ ਦੋ ਬੰਦੇ ਵਰਤਣਗੇ ਜਾਂ ਆਪਣੇ ਪਿੰਡਾਂ ਦੇ ਵਿੱਚ ਇੱਕ ਦੋ ਬੰਦੇ ਵਰਤਣਗੇ ਤੇ ਇਹਦੇ ਨਾਲ ਕੋਈ ਫਰਕ ਨਹੀਂ ਪੈਣਾ। ਇਹ ਸਾਰੇ ਲੋਕ ਜੇ ਇਕੱਠੇ ਹੋ ਕੇ ਇੱਕ ਲਹਿਰ ਵਾਂਗੂ ਚੱਲੇ ਤੇ ਫਿਰ ਇਹਦਾ ਕੋਈ ਚੇਂਜ ਆਪਾਂ ਸਮਾਜ ਦੇ ਵਿੱਚ ਵੇਖ ਸਕਦੇ ਹਾਂ। ਤੇ ਜਿਹੜਾ ਇਹ ਸਵਦੇਸ਼ੀ ਆ, ਇਹ ਕੋਈ ਸਾਡੇ ਦੇਸ਼ ਦੇ ਵਿੱਚ ਨਵੀਂ ਚੀਜ਼ ਨਹੀਂ ਆ। ਇਹ ਅੰਗਰੇਜ਼ਾਂ ਦੇ ਸਮੇਂ ਵਿੱਚ ਵੀ ਇਸ ਮੂਵਮੈਂਟ ਨੂੰ ਚਲਾਇਆ ਗਿਆ ਸੀ। ਸਭ ਤੋਂ ਪਹਿਲਾਂ ਇਹ ਚੀਜ਼ ਸਿੱਖਾਂ ਨੇ ਸ਼ੁਰੂ ਕੀਤੀ ਸੀ। ਜਿਹੜੇ ਨਾਮਧਾਰੀ ਸਿੱਖ ਆ, ਕੂਕਾ ਲਹਿਰ ਦੇ ਬਾਨੀ ਸੀ, ਉਹਨਾਂ ਦੇ ਬਾਬਾ ਰਾਮ ਸਿੰਘ ਜੀ ਨੇ ਸਭ ਤੋਂ ਪਹਿਲਾਂ ਇਨੀਸ਼ੀਏਟਿਵ ਕੀਤਾ। ਉਹਨਾਂ ਨੇ ਆਪਣੇ ਫੋਲੋਅਰਸ ਸਿੱਖਾਂ ਨੂੰ, ਜਿਹੜੇ ਨਾਮਧਾਰੀ ਸਿੱਖ ਆ, ਉਹਨਾਂ ਨੂੰ ਕਿਹਾ ਸੀ ਵੀ ਤੁਸੀਂ ਕੋਈ ਵੀ ਅੰਗਰੇਜ਼ਾਂ ਦੀ ਸਰਵਿਸ ਨਹੀਂ ਲੈਣੀ। ਜਿਹੜੀ ਉਹਨਾਂ ਦੀ ਅਦਾਲਤਾਂ, ਉਹਨਾਂ ਦਾ ਪੂਰਨ ਬਾਈਕਾਟ ਕਰੋ। ਜੇਕਰ ਤੁਹਾਡਾ ਕੋਈ ਮਸਲਾ ਵਾ, ਤੁਹਾਡਾ ਲੜਾਈ ਝਗੜਾ ਵਾ, ਤੇ ਤੁਸੀਂ ਉਹਨਾਂ ਨੂੰ ਆਪਸ 'ਚ ਬਹਿ ਕੇ ਸੁਲਝਾਓ, ਜਾਂ ਕੋਈ ਸਿਆਣੇ ਬੰਦੇ ਇਕੱਠੇ ਕਰਕੇ ਪੰਚਾਇਤ ਇਕੱਠੀ ਕਰਕੇ ਉੱਥੇ ਆਪਣਾ ਮਸਲਾ ਸੁਲਝਾਓ। ਇਹਨਾਂ ਤੇ ਕੋਰਟ 'ਚ ਨਹੀਂ ਜਾਣਾ, ਇਹਨਾਂ ਦੇ ਪੁਲਿਸ ਸਟੇਸ਼ਨ 'ਚ ਨਹੀਂ ਜਾਣਾ ਕੋਈ ਰਿਪੋਰਟ ਕਰਨਾ। ਤੇ ਜਿਹੜੇ ਉਹਨਾਂ ਦੇ ਸਕੂਲ ਆ, ਉਹਨਾਂ ਦਾ ਬਾਈਕਾਟ ਕਰਵਾਇਆ ਉਹਨਾਂ ਨੇ ਕਿ ਜਿਹੜਾ ਇਹਨਾਂ ਦੇ ਸਰਕਾਰ ਜਿਹੜੇ ਕਨਵੈਂਟ ਸਕੂਲ ਆ, ਜਿਹੜੇ ਬ੍ਰਿਟਿਸ਼ ਸਕੂਲ ਆ, ਯੂਨੀਵਰਸਿਟੀ ਆ, ਸਾਰਾ ਬਾਈਕਾਟ ਕਰੋ। ਉਹਨਾਂ ਨੇ ਨਹੀਂ ਜਾਣਾ, ਜਿਹੜੇ ਉਹਨਾਂ 'ਚ ਨਹੀਂ ਜਾਣਾ। ਜਿਹੜੇ ਦੇਸੀ ਸਕੂਲ ਆ, ਜਿਹੜੇ ਸਰਕਾਰੀ ਸਕੂਲ ਆ, ਉਸ ਸਰਕਾਰੀ ਸਕੂਲ ਤੇ ਉਸ ਟਾਈਮ ਤੇ ਚਲੋ ਗੋਰਿਆਂ ਦੇ ਸੀ, ਪਰ ਜਿਹੜੇ ਦੇਸੀ ਸਕੂਲ ਸੀ, ਜਿਹੜੇ ਆਪਾਂ ਮਹਾਜਰੀ ਸੀ, ਕੋਈ ਗੁਰਮੁਖੀ ਸੀ, ਕੋਈ ਪਾਠਸ਼ਾਲਾ ਸੀ, ਉੱਥੇ ਆਪਣੇ ਬੱਚਿਆਂ ਨੂੰ ਭੇਜੋ। ਤੇ ਇਹਦੇ ਨਾਲ ਹੀ ਉਹਨਾਂ ਨੇ ਜਿਹੜੇ ਇਹਨਾਂ ਗੋਰਿਆਂ ਦੇ ਕੱਪੜੇ ਸੀ, ਸੂਟ ਬੂਟ ਜਿਹੜੇ ਪਾਉਂਦੇ ਸੀ, ਟਾਈਆਂ ਲਾਉਂਦੇ ਸੀ, ਇਹ ਚੀਜ਼ਾਂ ਮੈਨੂੰ ਵੀ ਨਾ ਵਰਤਣ ਲਈ ਕਿਹਾ ਵੀ ਜਿਹੜਾ ਖਾਦੀ ਆ ਤੁਸੀਂ ਉਹਨੂੰ ਵਰਤੋ, ਕੁੜਤੇ ਪਜਾਮੇ ਪਾਓ, ਚੋਲੇ ਪਾਓ, ਪਰ ਇਹਨਾਂ ਦੇ ਗੋਰਿਆਂ ਦੇ ਕੱਪੜੇ ਨਾ ਵਰਤੋ। ਉਹ ਜਿਹੜੀ ਲਹਿਰ ਸੀ ਸਿਰਫ ਪੰਜਾਬ ਤੱਕ ਹੀ ਸੀਮਿਤ ਸੀ, ਤੇ ਕੋਈ ਆਪਾਂ ਵੱਡੇ ਲੈਵਲ ਤੇ ਉਹਦਾ ਇਫੈਕਟ ਨਹੀਂ ਵੇਖ ਸਕਦੇ ਕਿ ਆਪਾਂ ਕਹੀਏ ਵੀ ਉਹਦਾ ਕੋਈ ਬੜਾ ਵੱਡਾ ਇਫੈਕਟ ਪਿਆ ਗੋਰਿਆਂ ਨੂੰ। ਜਿਹੜਾ ਸਵਦੇਸ਼ੀ ਲਹਿਰ ਜਿਹੜੀ ਸਭ ਤੋਂ ਵੱਡੇ ਪੱਧਰ ਤੇ ਸਾਡੇ ਦੇਸ਼ 'ਚ ਚੱਲੀ ਆ, ਉਹ 1905 ਤੋਂ 1911 ਦੇ ਵਿੱਚ ਚੱਲੀ ਸੀ। ਉਸ ਟਾਈਮ ਦੇ ਵਿੱਚ ਅੰਗਰੇਜ਼ਾਂ ਨੇ ਬੰਗਾਲ ਸਟੇਟ ਆ, ਉਹਨੂੰ ਦੋ ਹਿੱਸੇ ਕਰਤੇ ਸੀ, ਪਾਰਟੀਸ਼ਨ ਕਰਤੀ ਸੀ ਉਹਦੀ। ਜਿਹੜਾ ਵੈਸਟ ਪਾਰਟ ਆ ਉਹ ਹਿੰਦੂ ਮੈਜੋਰਿਟੀ ਬਣਾਤਾ, ਤੇ ਈਸਟ ਪਾਰਟ ਮੁਸਲਿਮ ਮੈਜੋਰਿਟੀ ਬਣਾਤਾ। ਉਹ ਇਸ ਕਰਕੇ ਤਾਂ ਕਿ ਜਿਹੜੇ ਹਿੰਦੂਆਂ ਨੂੰ ਤੇ ਮੁਸਲਮਾਨਾਂ ਨੂੰ ਵੱਖਰੇ ਕੀਤਾ ਜਾ ਸਕੇ, ਤੇ ਦੇਸ਼ ਨੂੰ ਡਿਵਾਈਡ ਐਂਡ ਰੂਲ ਕਰਕੇ ਰਾਜ ਕੀਤਾ ਜਾਵੇ। ਸੋ ਉਹਦੇ ਕਰਕੇ ਹਿੰਦੂਆਂ ਨੇ ਗੱਲ ਸਮਝ ਲਈ, ਤੇ ਮੁਸਲਮਾਨਾਂ ਨੇ ਉਦੋਂ ਵੀ ਸਪੋਰਟ ਕੀਤੀ ਵੀ ਨਹੀਂ ਚਲੋ ਸਾਨੂੰ ਵੱਖਰਾ ਦੇਸ਼ ਮਿਲ ਗਿਆ, ਸਾਨੂੰ ਵੱਖਰੀ ਸਟੇਟ ਮਿਲ ਗਈ, ਬੜਾ ਵਧੀਆ ਵਾ। ਪਰ ਹਿੰਦੂਆਂ ਨੇ ਉਦੋਂ ਵਿਰੋਧ ਕੀਤਾ ਇਸ ਚੀਜ਼ ਦਾ, ਤੇ ਸਵਦੇਸ਼ੀ ਮੂਵਮੈਂਟ, ਨਾਨ ਵਾਇਲੈਂਟ ਮੂਵਮੈਂਟ ਚਲਾਈ, ਸਵਦੇਸ਼ੀ ਲਹਿਰ। ਉਸ ਦੇ ਵਿੱਚ ਉਹਨਾਂ ਨੇ ਪੂਰਾ ਹੀ ਬਾਈਕਾਟ ਕਰਤਾ। ਗੋਰਿਆਂ ਦੀ ਕੋਈ ਚੀਜ਼ ਨਹੀਂ ਵਰਤਣੀ, ਪਲੇਟਾਂ ਉਹਨਾਂ ਦੀਆਂ ਨਹੀਂ ਵਰਤਣੀਆਂ, ਕੋਈ ਵੀ ਸਰਵਿਸਿਜ਼ ਜਿਹੜੀਆਂ ਵਾ, ਕੋਈ ਵੀ ਚੀਜ਼ ਜਿਹੜੀ ਪਤਾ ਲੱਗ ਗਿਆ ਵੀ ਇਹਦੇ ਵਿੱਚ ਗੋਰਿਆਂ ਦਾ ਕੋਈ ਰੋਲ ਹੈਗਾ ਵਾ, ਜਿਹਦੇ ਵਿੱਚ ਗੋਰਿਆਂ ਨੂੰ ਪ੍ਰੋਫਿਟ ਮਿਲਦਾ ਵਾ, ਸਾਰਾ ਬਾਈਕਾਟ ਕਰਤਾ। ਉਹਦੇ ਵਿੱਚ ਵੀ ਸਮਾਂ ਲੱਗਾ ਵਾ, ਇਹ ਨਹੀਂ ਆਪਾਂ ਕਹਿ ਸਕਦੇ ਵੀ 1-2 ਮਹੀਨੇ ਸਾਨੂੰ ਰਿਜ਼ਲਟ ਮਿਲਿਆ ਵਾ। 6 ਸਾਲ ਤੱਕ ਉਹ ਲਹਿਰ ਚੱਲੀ ਆ। 6 ਸਾਲ ਤੱਕ ਲੋਕਾਂ ਨੇ ਸਿਰਫ ਆਪਣਾ ਸਵਦੇਸ਼ੀ ਮਾਲ ਵਰਤਿਆ ਵਾ, ਤੇ ਉਹਦੇ ਨਾਲ 6 ਸਾਲ ਤੋਂ ਬਾਅਦ ਗੋਰਿਆਂ ਨੂੰ ਝੁਕਣਾ ਪਿਆ ਵਾ। ਉੱਥੇ ਉਹਨਾਂ ਨੂੰ ਉਹ ਪਾਰਟੀਸ਼ਨ ਜਿਹੜੀ ਆ ਉਹ ਕੈਨਸਲ ਕਰਨੀ ਪਈ ਆ, ਤੇ ਉਹ ਬੰਗਾਲ ਨੂੰ ਸਾਂਝਾ ਕਰਨਾ ਪਿਆ ਵਾ। ਸੋ ਇਹਦੇ ਵਿੱਚ ਸਾਨੂੰ ਇਹ ਪਤਾ ਲੱਗਦਾ ਵਾ ਕਿ ਇਹ ਬੜਾ ਵੱਡਾ ਟੂਲ ਹੈ ਤੇ ਬੜਾ ਵੱਡਾ ਹਥਿਆਰ ਆ ਵਿਦੇਸ਼ੀ ਕੰਪਨੀਆਂ ਦੇ ਵਿਰੁੱਧ। ਕਿਉਂਕਿ ਗੋਰੀ ਸਰਕਾਰ ਫਿਰੰਗੀਆਂ ਨੇ ਅੱਜ ਤੱਕ ਨਹੀਂ ਝੁਕੇ। ਜਿੱਥੇ ਕਿਤੇ ਸਾਡੇ ਵੇਖੋ ਇੰਨੇ ਇਨਕਲਾਬੀ ਲੜੇ ਆ, ਇੰਨੇ ਲੋਕੀ ਫਾਂਸੀ ਚੜੇ ਆ, ਇੰਨਾ ਉਹਨਾਂ ਗੋਰਿਆਂ ਦਾ ਕਤਲੇਆਮ ਹੋਇਆ ਵਾ, ਕਿਤੇ ਜੰਗਾਂ ਹੋਈਆਂ ਵਾ, ਪਰ ਗੋਰੇ ਕਿਤੇ ਨਹੀਂ ਝੁਕੇ। ਉਹ ਝੁਕੇ ਉਦੋਂ ਆ ਜਦੋਂ ਉਹਨਾਂ ਦਾ ਨੁਕਸਾਨ ਹੋਇਆ ਵਾ। ਤੇ ਇਹ ਇਕਨੋਮਿਕ ਤੌਰ ਤੇ ਬੜਾ ਵੱਡਾ ਘਾਟਾ ਹੁੰਦਾ ਵਾ। ਆਪਾਂ ਜਦੋਂ ਕੋਈ ਆਮ ਤੌਰ ਤੇ ਕਹਿ ਦਿੰਦੇ ਯਾਰ ਪੈਸੇ ਦੀ ਗੱਲ ਹੋ ਗਈ ਆ, ਤੇ ਇਹਦੇ ਇੱਥੇ ਮੈਂ ਦੱਸੂਗਾ ਵੀ ਪੈਸੇ ਦੀ ਬੜੀ ਵੱਡੀ ਗੱਲ ਹੁੰਦੀ ਆ। ਜਿਹੜੀ ਪੈਸਾ ਵਾ ਉਹਦੇ ਨਾਲ ਸਾਰੀ ਦੁਨੀਆ ਚੱਲਦੀ ਆ। ਅੱਜ ਤੇ ਪੈਸੇ ਤੋਂ ਬਗੈਰ ਪਾਣੀ ਨਹੀਂ ਮਿਲਦਾ। ਤੇ ਇੱਥੇ ਪੈਸੇ ਨੂੰ ਚਲੋ ਆਪਾਂ ਉਹਦੇ ਬਾਰੇ ਬਹੁਤ ਡਿਟੇਲ 'ਚ ਨਹੀਂ ਜਾਂਦੇ, ਪਰ ਇੰਨੀ ਗੱਲ ਕਹਿ ਕੇ ਮੈਂ ਖਤਮ ਕਰੂੰਗਾ ਕਿ ਜਿਹੜਾ ਪੈਸਾ ਵਾ ਉਹਦੇ ਨਾਲ ਤੁਸੀਂ ਇੱਕ ਦੇਸ਼ ਬਣਾ ਸਕਦੇ, ਇੱਕ ਦੇਸ਼ ਰਾਜ ਖੜਾ ਕਰ ਸਕਦੇ ਜੇ, ਤੇ ਪੈਸੇ ਨਾਲ ਤੁਸੀਂ ਇੱਕ ਦੇਸ਼ ਖਤਮ ਕਰ ਸਕਦੇ, ਇੱਕ ਰਾਜ ਨੂੰ ਥੱਲੇ ਲਿਆ ਸਕਦੇ ਜੇ। ਸੋ ਇਸ ਕਰਕੇ ਤੁਹਾਨੂੰ ਇਹ ਸਮਝਣ ਦੀ ਲੋੜ ਹੈ ਕਿ ਜਿਹੜਾ ਇਕਨੋਮਿਕ ਤੌਰ ਤੇ ਸਾਡੇ ਦੇਸ਼ ਨੂੰ ਮਜ਼ਬੂਤ ਕਰਨਾ ਬੜਾ ਜ਼ਰੂਰੀ ਆ। ਕਿਤੇ ਫਰਜ਼ ਕਰੋ ਕੱਲ ਨੂੰ ਜੰਗ ਲੱਗਦੀ ਆ, ਚਾਈਨਾ ਨਾਲ ਲੱਗਦੀ ਆ, ਪਾਕਿਸਤਾਨ ਨਾਲ ਲੱਗਦੀ ਆ, ਆਪਾਂ ਕਹਿੰਦੇ ਸਾਡੇ ਕੋਲ ਆਰਮੀ ਹੈ, ਸਾਡੇ ਕੋਲ ਟੈਂਕ ਹੈ, ਸਾਡੇ ਕੋਲ ਹਵਾਈ ਜਹਾਜ਼, ਆਪਾਂ ਇਹ ਕਰ ਦਾਂਗੇ, ਨਿਊਕਲੀਅਰ ਪਾਵਰ ਆ, ਪਰ ਜੇ ਦੇਸ਼ ਕੋਲ ਪੈਸਾ ਹੀ ਨਾ ਹੋ ਤੇ ਫਿਰ ਕੀ ਕਰੂ? ਫਿਰ ਕਰਜ਼ਾ ਚੁੱਕੂਗਾ, ਫਿਰ ਉਹ ਇਕਨੋਮੀ ਜਿਹੜੀ ਡਾਊਨ ਜਾਊਗੀ। ਪਹਿਲਾਂ ਬੜਾ ਕਰਜ਼ਾ ਚੜਿਆ ਅਜੇ ਤੱਕ ਦੇਸ਼ ਤੇ। ਸੋ ਉਹ ਚੀਜ਼ਾਂ ਬੜਾ ਦੇਸ਼ ਨੂੰ ਡਾਊਨ ਲੈ ਕੇ ਜਾਂਦੀਆਂ ਵਾ। ਇਕਨੋਮਿਕ ਤੌਰ ਤੇ ਦੇਸ਼ ਤਗੜਾ ਹੋਊਗਾ, ਸੈਲਫ ਸਫੀਸ਼ੀਐਂਟ ਹੋਊਗਾ, ਅਸੀਂ ਆਪਣੀ ਚੀਜ਼ਾਂ, ਆਪਣਾ ਜਿਹੜਾ ਚੀਜ਼ਾਂ ਵਰਤਣੀਆਂ ਡੇਲੀ ਨੀਡਸ ਆ ਉਹ ਆਪ ਉਤਪਾਦਨ ਕਰ ਸਕਦੇ ਹਾਂ। ਸੋ ਉਹਦੇ ਨਾਲ ਸਾਡੇ ਦੇਸ਼ ਦੀ ਵੀ ਤਰੱਕੀ ਹੈ। ਦੇਸ਼ ਭਗਤੀ ਦਾ ਬੜਾ ਤਗੜਾ ਨਿਸ਼ਾਨੀ ਸਾਡੀ, ਤੇ ਇਹ ਲੋਕਾਂ ਦੇ ਹਿੱਤ ਦੀ ਗੱਲ ਆ। ਜਿਹੜੇ ਉਤਪਾਦਨ ਹੋਊਗਾ ਦੇਸ਼ ਦੇ ਵਿੱਚ ਹੋਊਗਾ, ਤੇ ਦੇਸ਼ ਦੇ ਲੋਕ ਹੀ ਕਰਨਗੇ, ਉਹਨਾਂ ਨੂੰ ਰੁਜ਼ਗਾਰ ਮਿਲੂਗਾ, ਤੇ ਇਹ ਓਵਰਆਲ ਫਾਇਦਾ ਵੇਖਿਆ ਜਾਵੇ ਪਬਲਿਕ ਦਾ ਵਾ।
ਹੁਣ ਜਦੋਂ ਸਾਡੇ ਪ੍ਰਧਾਨ ਮੰਤਰੀ ਨੇ ਇੱਕ ਦਿਲ ਕੱਢ ਕੇ ਇੰਨਾ ਵੱਡਾ ਐਲਾਨ ਕੀਤਾ ਵਾ ਤੇ ਸਾਡੇ ਸਾਰਿਆਂ ਦਾ ਫਰਜ਼ ਬਣਦਾ ਇਸ ਚੀਜ਼ ਤੇ ਫੁੱਲ ਚੜਾਈਏ। ਅਸੀਂ ਕਰਨਾ ਕੀ ਆ, ਅਸੀਂ ਇੱਕੋ ਦਮ ਇਸ ਚੀਜ਼ ਨੂੰ ਬਦਲਾਵ ਨਹੀਂ ਲਿਆ ਸਕਦੇ ਵੀ ਸਾਰਾ ਕੁਝ ਆਪਾਂ ਸਵਦੇਸ਼ੀ ਛੱਡ ਦਈਏ, ਆਪਣੇ ਘਰਾਂ 'ਚ ਸਮਾਨ ਜਿਹੜਾ ਦੂਜਾ ਕੱਢ ਦਈਏ ਤੇ ਆਪਾਂ ਨਹੀਂ ਜੀ ਅਸੀਂ ਦੇਸ਼ ਭਗਤ ਬਹੁਤ ਜ਼ਿਆਦਾ, ਅਸੀਂ ਉਹ ਸਮਾਨ ਵਰਤਣਾ, ਉਹ ਸਾਡੇ ਹੱਥ 'ਚ ਹੋਣਾ ਚਾਹੀਦਾ ਜੋ ਸਵਦੇਸ਼ੀ ਆ, ਜੋ ਸਾਡੇ ਦੇਸ਼ 'ਚ ਬਣਿਆ। ਇਹ ਹੌਲੀ ਹੌਲੀ ਅਸੀਂ ਕਰ ਸਕਦੇ ਹਾਂ। ਜਿੰਨਾ ਵੀ ਤੁਸੀਂ ਸਮਾਨ ਲੈਣ ਜਾਂਦੇ ਜੇ, ਹੁਣ ਦੁਕਾਨ ਉੱਤੇ ਵੀ ਸਾਨੂੰ ਹਰ ਇੱਕ ਚੀਜ਼ ਉਸ ਤਰ੍ਹਾਂ ਦੀ ਨਹੀਂ ਮਿਲਣੀ ਜਿਹੜੀ ਸਾਨੂੰ ਸਾਡੇ ਦੇਸ਼ 'ਚ ਬਣੀ ਆ। ਬਹੁਤ ਜ਼ਿਆਦਾ ਦੁਕਾਨਾਂ ਸਾਡੀਆਂ, ਮਾਰਕੀਟ ਸਾਡੀ ਭਰੀ ਪਈ ਆ ਫੋਰਨ ਪ੍ਰੋਡਕਟਸ ਨਾਲ। ਕਿ ਤੁਸੀਂ ਚਾਈਨਾ ਤੱਕ ਸੀਮਿਤ ਨਾ ਰੱਖੋ ਕਿ ਚਾਈਨਾ ਦੇ ਪ੍ਰੋਡਕਟ ਆਪਾਂ ਨਹੀਂ ਵਰਤਣੇ। ਜਿੰਨੇ ਵੀ ਯੂਰੋਪੀਅਨ ਕੰਟਰੀਜ਼ ਆ, ਜਿਹੜੇ ਅਮਰੀਕਨ ਪ੍ਰੋਡਕਟਸ ਆ, ਸਾਰਿਆਂ ਨੂੰ ਵਰਤਣਾ ਛੱਡੋ। ਇਹ ਜਦੋਂ ਦੁਕਾਨ ਤੇ ਜਾਂਦੇ ਜੇ, ਦੁਕਾਨਦਾਰ ਨੂੰ ਕਹੋ ਵੀ ਸਾਨੂੰ ਸਵਦੇਸ਼ੀ ਮਾਲ ਚਾਹੀਦਾ ਵਾ। ਉਹਨੇ ਤਾਂ ਨਹੀਂ ਹੈਗਾ ਚਲੋ ਦੂਜੇ ਸਮਾਨ ਲੈ ਆਓ। ਇਹਦੇ ਨਾਲ ਕੀ ਹੋਊਗਾ ਕਿ ਦੁਕਾਨਦਾਰ ਨੂੰ ਹੋਊਗਾ ਕਿ ਇਸ ਚੀਜ਼ ਦੀ ਡਿਮਾਂਡ ਆ, ਉਹ ਅਗਲੀ ਵਾਰ ਉਸ ਚੀਜ਼ ਜਦੋਂ ਆਰਡਰ ਕਰੂਗਾ ਉਹ ਸਮਾਨ ਵੀ ਮੰਗਾਊਗਾ ਨਾਲ। ਜਿੰਨੀ ਵਾਰ ਤੁਸੀਂ ਜਾ ਕੇ ਮੰਗੋਗੇ ਤੁਸੀਂ ਸਵਦੇਸ਼ੀ ਮਾਲ ਨੂੰ ਪ੍ਰੈਫਰੈਂਸ ਦਿਓ। ਜੇਕਰ ਤੁਹਾਨੂੰ ਨਹੀਂ ਮਿਲਦਾ ਫਿਰ ਤੇ ਚਲੋ ਆਪਾਂ ਵਰਤਣਾ ਹੀ ਆ, ਆਪਾਂ ਇਹ ਨਹੀਂ ਕਹਿੰਦੇ ਵੀ ਸਮਾਨ ਵਰਤਣਾ ਛੱਡ ਦਿਓ, ਪਰ ਜੇਕਰ ਤੁਹਾਨੂੰ ਆਪਸ਼ਨ ਹੈਗੀ ਆ ਤੇ ਆਪਣੀ ਡਿਮਾਂਡ ਰੱਖੋ, ਉਸ ਚੀਜ਼ ਦੀ ਡਿਮਾਂਡ ਵਧੇ ਤੇ ਉਸ ਚੀਜ਼ ਦਾ ਪ੍ਰੋਡਕਸ਼ਨ ਵਧੇ। ਉਹ ਪ੍ਰੋਡਕਸ਼ਨ ਵਧਣ ਨਾਲ ਕੁਆਲਿਟੀ ਵਧੂਗੀ। ਹੁਣ ਚਲੋ ਕਈ ਚੀਜ਼ਾਂ ਵਿੱਚ ਆਪਾਂ ਕਹਿ ਸਕਦੇ ਵੀ ਨਹੀਂ, ਉਹਦੇ ਜਿਹੜੇ ਬਾਹਰ ਦੇ ਪ੍ਰੋਡਕਟਸ ਆ ਉਹ ਵਧੀਆ ਵਾ, ਉਹ ਆਪਣੇ ਜਿਹੜੇ ਇੱਥੇ ਦੇਸੀ ਮਾਲ ਆ ਉਹ ਵਧੀਆ ਨਹੀਂ ਹੁੰਦਾ। ਉਹ ਦੇਸੀ ਮਾਲ ਵਧੀਆ ਹੋਊਗਾ ਜੇਕਰ ਤੁਸੀਂ ਉਹਨੂੰ ਖਰੀਦੋਗੇ। ਉਸ ਕੰਪਨੀ ਜਿਹੜੀ ਆ ਪ੍ਰੋਫਿਟ ਵਿੱਚ ਜਾਊਗੀ, ਉਹ ਪ੍ਰੋਫਿਟ ਵਿੱਚ ਜਾਣ ਤੋਂ ਬਾਅਦ ਆਪਣਾ ਕੁਆਲਿਟੀ ਵਧਾਊਗੀ। ਸੋ ਹਰ ਇੱਕ ਚੀਜ਼ ਆ ਹੱਲ ਆ, ਪਰ ਤੁਸੀਂ ਪਹਿਲੋਂ ਇਸ ਮੁਹਿੰਮ ਨਾਲ ਜੁੜੋ, ਜਿੰਨਾ ਹੋ ਸਕਦਾ ਸਵਦੇਸ਼ੀ ਮਾਲ ਵਰਤੋ। ਇੱਥੇ ਇੱਕ ਹੋਰ ਬੜੀ ਜ਼ਰੂਰੀ ਗੱਲ ਆ ਵੀ ਇਸ ਚੀਜ਼ ਨੂੰ ਕਿਸੇ ਵੀ ਪਾਰਟੀ ਨਾਲ, ਕਿਸੇ ਇੱਕ ਫਿਰਕੇ ਨਾਲ ਜੋੜ ਕੇ ਨਾ ਵੇਖਿਆ ਜਾਵੇ, ਇਹਨੂੰ ਕਿਤੇ RSS ਨਾਲ, BJP ਨਾਲ ਜੋੜ ਕੇ ਨਾ ਵੇਖਿਆ ਜਾਵੇ। ਇਹ ਦੇਸ਼ ਦੇ ਹਿੱਤ ਵਿੱਚ ਆ, ਇਹ ਪਬਲਿਕ ਦੇ ਹਿੱਤ ਵਿੱਚ ਆ। ਤੇ ਜਦੋਂ ਵੀ ਕੋਈ ਇਨੀਸ਼ੀਏਟਿਵ ਇਹੋ ਜਿਹਾ ਆਉਂਦਾ ਵਾ, ਹਰ ਇੱਕ ਚੀਜ਼ ਦਾ ਵਿਰੋਧ ਜਾਂ ਹਰ ਇੱਕ ਚੀਜ਼ ਦਾ ਆਪਾਂ ਨੂੰ ਦਾਲਾ ਨਹੀਂ ਕਰਨੀ ਚਾਹੀਦੀ। ਕੋਈ ਸਮਝ ਕੇ ਉਸ ਚੀਜ਼ ਨੂੰ, ਉਸ ਚੀਜ਼ ਦੀ ਗਹਿਰਾਈ ਨੂੰ ਸਮਝ ਕੇ ਉਹਦਾ ਜੇ ਵਧੀਆ ਚੀਜ਼ ਹੈ ਉਹਦਾ ਸਪੋਰਟ ਵੀ ਕਰਨੀ ਚਾਹੀਦੀ ਆ। ਤੇ ਮੇਰਾ ਨਿੱਜੀ ਤੌਰ ਤੇ ਇਹ ਮੰਨਣਾ ਵਾ ਕਿ ਸਭ ਤੋਂ ਜ਼ਿਆਦਾ ਸਵਦੇਸ਼ੀ ਦੇ ਪ੍ਰਚਾਰ ਦੀ ਲੋੜ ਪੰਜਾਬ 'ਚ ਆ, ਕਿਉਂਕਿ ਸਾਡਾ ਪੰਜਾਬ ਦਾ ਬਹੁਤ ਜ਼ਿਆਦਾ ਨੌਜਵਾਨ ਵਿਦੇਸ਼ਾਂ 'ਚ ਗਿਆ ਵਾ, ਬਾਹਰ ਦੇ ਫੋਰਨ ਬੈਠਾ ਵਾ ਤੇ ਉੱਥੇ ਜਾ ਕੇ ਫੋਟੋਆਂ ਪਾਉਂਦੇ ਜੀ, ਮੈਂ ਆਹ ਕੰਪਨੀ ਦੇ ਬੂਟ ਪਾਏ, ਆਹ ਕੰਪਨੀ ਦੀ ਸ਼ਰਟ ਪਾਈ, ਇੱਥੋਂ ਦੀ ਆਹ ਕੀਤਾ। ਸੋ ਉਹਦੇ ਨਾਲ ਜਿਹੜੇ ਆਪਣੇ ਪੰਜਾਬ 'ਚ ਲੋਕੀ ਬੈਠੇ ਉਹਨਾਂ ਦੇ ਮਨ 'ਚ ਵੀ ਉੱਠਦਾ ਵੀ ਅਸੀਂ ਉਸੇ ਕੰਪਨੀ ਦੀ ਚੀਜ਼ ਪਾਉਣੀ ਆ। ਸੋ ਉਹਨਾਂ ਮੂਰਖਾਂ ਨੂੰ ਮੈਂ ਕਹੂੰਗਾ ਕਿ ਇਹ ਕੰਪਨੀਆਂ 'ਚ ਤੁਸੀਂ ਪ੍ਰਚਾਰਕ ਨਾ ਬਣੋ। ਜਿਹੜਾ ਕੰਪਨੀ 1 ਕਰੋੜ ਰੁਪਈਆ ਲਾ ਕੇ ਕਿਸੇ ਨੂੰ ਆਪਣੀ ਪ੍ਰਮੋਸ਼ਨ ਕਰਦੀ ਹੈ, ਤੁਸੀਂ ਫ੍ਰੀ 'ਚ ਪ੍ਰਮੋਸ਼ਨ ਕਰੀ ਜਾਂਦੇ ਜੇ। ਉਹਨਾਂ ਕੰਪਨੀਆਂ ਦੇ EMPLOYEE ਨਾ ਬਣੋ। ਉਹ ਜਿਹੜੀ ਤੁਸੀਂ ਪ੍ਰਮੋਸ਼ਨ ਜੇ ਕਰਨੀ ਤਾਂ ਆਪਣੇ ਸਵਦੇਸ਼ੀ ਦੀ ਕਰੋ, ਆਪਣੇ ਲੋਕਲ ਇੰਡਸਟਰੀ ਦੀ ਕਰੋ। ਇਹਦੇ ਨਾਲ ਤੁਸੀਂ ਆਪਣੇ ਦੇਸ਼ ਦਾ ਨੁਕਸਾਨ ਕਰਦੇ ਜਾਂ ਆਪਣੀ ਲੋਕਲ ਇੰਡਸਟਰੀ ਦਾ ਵੀ ਨੁਕਸਾਨ ਕਰਦੇ। ਅਖੀਰ ਤੇ ਨੁਕਸਾਨ ਕਿਸਾਨੀ ਦਾ ਹੁੰਦਾ ਵਾ। ਕੋਈ ਵੀ ਪ੍ਰੋਡਕਸ਼ਨ ਹੈ ਉਹਦੀ ਜਿਹੜਾ ਰॉ ਮਟੀਰੀਅਲ ਤਿਆਰ ਹੁੰਦਾ ਵਾ, ਸ਼ੁਰੂ ਹੁੰਦਾ ਵਾ ਉਹ ਜ਼ਮੀਨ ਦੇ ਵਿੱਚੋਂ, ਜ਼ਮੀਨ 'ਚੋਂ ਜਾਂ ਖੋਦ ਕੇ ਨਿਕਲਦਾ ਜਾਂ ਉੱਥੇ ਬੀਜੀਦਾ ਵਾ। ਸੋ ਅਖੀਰ ਦੇ ਵਿੱਚ ਨੁਕਸਾਨ ਕਿਸਾਨਾਂ ਦਾ ਹੀ ਆ। ਤੇ ਆਪਾਂ ਜਿਹੜੇ ਬਹੁਤੇ ਵਿਦੇਸ਼ਾਂ 'ਚ ਬੈਠੇ ਸਾਰੇ ਕਿਸਾਨ ਪਰਿਵਾਰ ਹੀ ਆ। ਕਿਸਾਨਾਂ ਦੇ ਸਾਡੇ ਜਿਹੜੇ ਪੁਰਖੇ ਸਾਰੇ ਕਿਸਾਨੀ ਕਰਦੇ ਰਹੇ ਆ, ਖੇਤੀ ਕਰਦੇ ਆ। ਸੋ ਤੁਸੀਂ ਆਪਣੇ ਆਪ ਦੁਸ਼ਮਣ ਨਾ ਬਣੋ। ਇਹਨਾਂ ਕੰਪਨੀਆਂ ਨੇ ਤੁਹਾਨੂੰ ਕੁਝ ਨਹੀਂ ਦੇਣਾ, ਐਵੇਂ ਇਹਨਾਂ ਦੇ ਪ੍ਰਮੋਸ਼ਨ ਨਾ ਕਰੀ ਜਾਓ। ਸਭ ਤੋਂ ਵੱਡੀ ਜਿਹੜੀ ਐਗਜ਼ਾਮਪਲ ਇਹਦੀ ਹੈਗੀ ਚਾਈਨਾ ਦੇ ਵਿੱਚ ਉਹਨਾਂ ਨੇ ਵੇਖੋ ਜੀ ਕਮਿਊਨਿਸਟ ਪਾਰਟੀ ਦਾ ਰਾਜ ਹੈ ਉੱਥੇ, ਤੇ ਉਹਨਾਂ ਨੇ ਚਲੋ ਇੱਕ ਵੱਖਰਾ ਆਪਣਾ ਟੌਪਿਕ ਹੈ ਵੀ ਉਹ ਕਮਿਊਨਿਜ਼ਮ ਚੰਗਾ ਕਿ ਨਹੀਂ ਚੰਗਾ, ਮਾਰਕਸਵਾਦੀ ਚੰਗਾ ਕਿ ਨਹੀਂ, ਪਰ ਉਹ ਸਵਦੇਸ਼ੀ ਵਿੱਚ ਆਪਣਾ ਨੰਬਰ ਲੈ ਗਏ ਆ। ਕਿਉਂ? ਉਹਨਾਂ ਨੇ ਆਪਣੇ ਦੇਸ਼ ਦਾ ਸਾਰਾ ਕੁਝ ਵਰਤਦੇ ਆ। ਉਹ ਆਪਣੇ ਦੇਸ਼ ਦਾ ਉਹਨਾਂ ਨੇ ਆਪਣਾ WhatsApp ਬਣਾਇਆ, ਆਪਣੀ Facebook ਬਣਾਈ, ਆਪਣਾ YouTube ਬਣਾਇਆ ਵਾ। ਬਾਹਰ ਦੀ ਕੋਈ ਚੀਜ਼ ਵਰਤਦੇ ਨਹੀਂ ਆ ਉਹ। ਤੇ ਇਸੇ ਕਰਕੇ ਉਹਨਾਂ ਦੀ ਮਿਲਟਰੀ ਇੰਨੀ ਸਟਰੋਂਗ ਹੈ, ਕਿਉਂਕਿ ਇਕਨੋਮੀ ਇੰਨੀ ਤਗੜੀ ਆ। ਉਹ ਇਕਨੋਮਿਕਲੀ ਬੰਦਾ ਕੋਈ ਦੇਸ਼ ਸਫੀਸ਼ੀਐਂਟ ਹੋਊਗਾ ਤੇ ਉਹ ਹਰ ਇੱਕ ਪੱਖੋਂ ਤਗੜਾ ਵਾ। ਸੋ ਇਸ ਕਰਕੇ ਕਿਸੇ ਵੀ ਐਵੇਂ ਮੂਰਖਤਾ ਹੀ ਨਹੀਂ ਕਰਨੀ ਚਾਹੀਦੀ। ਬਾਹਰ ਦੀਆਂ ਕੰਪਨੀਆਂ ਨੂੰ, ਫੋਰਨ ਕੰਪਨੀਆਂ ਨੂੰ ਨਾ ਪ੍ਰਮੋਟ ਕਰੋ। ਇਹ ਗੋਰੇ ਬੜੇ ਚਲਾਕ ਆ, ਇਹਨਾਂ ਨੇ ਸਾਡੇ ਦੇਸ਼ ਨੂੰ ਅੱਜ ਤੱਕ ਲੁੱਟਿਆ ਵਾ, ਅੱਜ ਵੀ ਲੁੱਟਣਦੇ ਆ। ਸੋ ਇਹ ਵੀ ਇੱਕ ਲੜਾਈ ਬੜੀ ਵੱਡੀ ਆ। ਇਸ ਜਿਹੜੀ ਇਹਨੂੰ ਸਮਝੋ ਵੀ ਜਿਹੜਾ ਇੱਕ ਇਕਨੋਮਿਕ ਵਾਰ ਹੁੰਦੀ ਆ, ਇਹ ਇਕਨੋਮਿਕ ਤੌਰ ਤੇ ਸਾਡਾ ਦੇਸ਼ ਤਗੜਾ ਹੋਣਾ ਚਾਹੀਦਾ। ਇਸ ਕਰਕੇ ਆਪਣੇ ਸਵਦੇਸ਼ੀ ਮਾਲ ਨਾਲ ਜੁੜੋ, ਆਪਣੇ ਸਵਦੇਸ਼ੀ ਲਹਿਰ ਨਾਲ ਜੁੜੋ ਤੇ ਜਿੰਨਾ ਹੋ ਸਕਦਾ ਵਾ ਸਵਦੇਸ਼ੀ ਮਾਲ ਨੂੰ ਪ੍ਰਮੋਟ ਕਰੋ। ਧੰਨਵਾਦ ਜੀ।